ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਅਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ 5ਵੀਂ ਸਾਖੀ ਸਰਵਣ ਕਰ ਰਹੇ ਹਾਂ। ਕੱਲ੍ਹ ਅਸੀਂ ਪਿਛਲੀ ਸਾਖੀ ਦੇ ਅੰਦਰ ਸਰਵਣ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਸ ਤਰ੍ਹਾਂ ਦਿੱਲੀ ਦੇ ਅੰਦਰ ਪਹੁੰਚੇ ਨੇ, ਮਜਨੂ ਕੇ ਟਿੱਲੇ 'ਤੇ ਪੜਾਅ ਕੀਤਾ ਹੈ। ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿਸ ਤਰ੍ਹਾਂ ਦਿੱਲੀ ਦਰਬਾਰ ਦੇ ਅੰਦਰ ਬਾਦਸ਼ਾਹ ਜਹਾਂਗੀਰ ਨੂੰ ਮਿਲਣਗੇ ਅਤੇ ਉਹਦੇ ਨਾਲ ਸ਼ਿਕਾਰ ਖੇਡਣ ਜਾਣਗੇ ਅਤੇ ਉੱਥੇ ਇੱਕ ਸ਼ੇਰ ਦਾ ਉਧਾਰ ਹੋਵੇਗਾ ਅਤੇ ਇੱਕ ਕਾਈਏ ਸਿੱਖ ਦਾ ਸਿਦਕ ਪੂਰਾ ਕਰਨਗੇ ਅਤੇ ਇੱਕ ਆਗਰੇ ਦੇ ਅੰਦਰ ਸਿਦਕੀ ਅਤੇ ਪ੍ਰੇਮੀ ਬੀਬੀ ਦਾ ਵੀ ਮਹਾਰਾਜ ਫੁਰਨਾ ਪੂਰਾ ਕਰਨਗੇ। ਆਓ ਸਾਖੀ ਸਰਵਣ ਕਰੀਏ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਸ ਤਰ੍ਹਾਂ ਆਪ ਜੀ ਲੜੀਵਾਰ ਪ੍ਰਸੰਗ ਸਰਵਣ ਕਰ ਰਹੇ ਹੋ, ਜਦੋਂ ਦਿੱਲੀ ਦੇ ਅੰਦਰ ਮਜਨੂ ਕੇ ਟਿੱਲੇ ਵਿਖੇ ਪੜਾਅ ਕੀਤਾ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੋਲ ਵਜ਼ੀਰ ਖਾਨ ਅਤੇ ਕਿੰਚ ਬੇਗ ਕਈ ਵਾਰੀ ਮਹਾਰਾਜ ਕੋਲ ਭੇਟਾ ਲੈ ਕੇ ਆਉਣ ਲੱਗ ਪਏ। ਸਤਿਗੁਰਾਂ ਦਾ ਤੰਬੂ ਲੱਗਦਾ, ਤੰਬੂ ਦੇ ਅੰਦਰੋਂ ਅੰਮ੍ਰਿਤ ਵੇਲੇ ਸਤਿਗੁਰੂ ਇੱਕ ਦਰਬਾਰ ਦੇ ਅੰਦਰ ਸਜਦੇ। ਉਸੀ ਦਰਬਾਰ ਦੇ ਅੰਦਰ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਮਰੇ ਹਾਥੀ ਨੂੰ ਜਿਵਾਇਆ ਸੀ ਅਤੇ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਦੀ ਅਤੇ ਕਥਾ ਦੀ ਢਾਡੀ ਵਾਰਾਂ ਦੀ ਝੜੀ ਲਾ ਦਿੱਤੀ। ਸਿੱਖਾਂ ਦੀਆਂ ਅਰਦਾਸਾਂ ਆਉਣ ਲੱਗ ਪਈਆਂ, ਭੇਟਾਵਾਂ ਆਉਣ ਲੱਗ ਪਈਆਂ। ਅੰਮ੍ਰਿਤ ਵੇਲੇ ਦੀਵਾਨ ਦੇ ਭੋਗ ਤੋਂ ਬਾਅਦ ਕੜਾਹ ਪ੍ਰਸ਼ਾਦ ਦੀ ਦੇਗ ਸੰਗਤ ਵਿੱਚ ਵਰਤਾਈ ਜਾਂਦੀ ਭੋਗ ਤੋਂ ਬਾਅਦ। ਅਤੇ ਇੱਕ ਦਿਨ ਜਦੋਂ ਵਜ਼ੀਰ ਖਾਨ ਦਰਬਾਰ ਦੇ ਅੰਦਰ ਬੈਠਾ ਸੀ, ਉਹਦੇ ਨੇ ਕਿਹਾ, ਮਹਾਰਾਜ ਸਾਨੂੰ ਵੀ ਪ੍ਰਸ਼ਾਦ ਛਕਾ ਦਿਓ ਕੜਾਹ ਪ੍ਰਸ਼ਾਦ ਦਾ। ਕੜਾਹ ਪ੍ਰਸ਼ਾਦ ਦਾ ਦੂਸਰਾ ਨਾਮ ਪੰਚਾ ਅੰਮ੍ਰਿਤ ਵੀ ਹੈ ਅਤੇ ਪੰਚਾ ਅੰਮ੍ਰਿਤ ਦੀ ਦੇਗ ਲੈ ਕੇ ਵਜ਼ੀਰ ਖਾਨ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੋਂ ਵਿਦਾਇਗੀ ਲੈ ਕੇ ਬਾਦਸ਼ਾਹ ਦੇ ਕੋਲ ਗਿਆ। ਜਦੋਂ ਉਹਦੇ ਦਰਬਾਰ ਦੇ ਅੰਦਰ ਉਹਦੀ ਜਿਹੜੀ ਡਿਊਟੀ ਸੀਗੀ ਉਹ ਨਿਭਾਉਣ ਦੇ ਲਈ, ਅਤੇ ਉਸਨੇ ਦੇਖਿਆ ਹਜੇ ਦਰਬਾਰ ਦੇ ਅੰਦਰ ਬਾਦਸ਼ਾਹ ਨਹੀਂ ਆਇਆ। ਉਹ ਕਾਲਾ ਕਾਲਾ ਮਿਲਣ ਦੇ ਲਈ ਬਾਦਸ਼ਾਹ ਨੂੰ ਮਹਿਲ ਦੇ ਅੰਦਰ ਗਿਆ। ਜਦੋਂ ਮਹਿਲ ਦੇ ਅੰਦਰ ਗਿਆ ਅਤੇ ਬਾਦਸ਼ਾਹ ਨਹਾ ਕੇ ਗੁਸਲਖਾਨੇ 'ਚੋਂ ਬਾਹਰ ਆ ਰਿਹਾ ਸੀ ਅਤੇ ਵਜ਼ੀਰ ਖਾਨ ਦੇ ਹੱਥ ਦੇ ਅੰਦਰ ਕੁਛ ਬਰਤਨ ਦੇ ਅੰਦਰ ਸਮਾਨ ਦੇਖ ਕੇ ਬਾਦਸ਼ਾਹ ਜਹਾਂਗੀਰ ਨੇ ਪੁੱਛਿਆ, ਕੀ ਲਿਆਏ ਹੋ? ਕਿਹਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਡੇਰੇ ਤੋਂ ਅੰਮ੍ਰਿਤ ਵੇਲੇ ਆਸਾਂ ਦੀ ਵਾਰ ਦੇ ਭੋਗ ਤੋਂ ਬਾਅਦ ਪੰਚਾ ਅੰਮ੍ਰਿਤ ਸ਼੍ਰੀ ਕੜਾਹ ਪ੍ਰਸ਼ਾਦ ਦੀ ਦੇਗ ਮੇਰੇ ਕੋਲ ਹੈ। ਉਸਨੂੰ ਵੀ ਭੁੱਖ ਲੱਗੀ ਸੀ। ਨਹਾਉਣ ਤੋਂ ਬਾਅਦ ਉਸਨੇ ਸਿਰ 'ਤੇ ਕੱਪੜਾ ਲੈ ਕੇ ਦੇਗ ਜਦੋਂ ਛਕੀ ਅਤੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਭਰਿਓ ਕਵਰ ਕਰ ਆਨਨ ਪਾਇਓ, ਬਈ ਹੱਥ ਦੇ ਅੰਦਰ ਭਰ ਕੇ ਕੜਾਹ ਪ੍ਰਸ਼ਾਦ ਦੀ ਦੇਗ ਲਈ। ਸਵਾਦ ਅਪੂਰਬ ਪਾਏ ਅਜਾਇਬ, ਬੜਾ ਅਜਾਬ ਵਿਸਮਾਦਮਈ, ਬੜਾ ਆਨੰਦਮਈ, ਬਹੁਤ ਸਵਾਦਿਸ਼ਟ ਰਸ ਉਹਦੇ ਮੁੱਖ ਵਿੱਚ ਆਇਆ। ਕਹਿਓ ਧੰਨ ਗੁਰੂ ਨਾਨਕ ਸਾਹਿਬ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਧੰਨ ਕਿਹਾ ਜਿਨ੍ਹਾਂ ਨੇ ਐਸੀ ਦੇਗ ਬਣਾਈ। ਅਤੇ ਕਹਿੰਦਾ, ਇਹ ਦੇਗ ਤੇ ਬੁੱਢੇ ਵੀ ਖਾ ਸਕਦੇ ਨੇ, ਜਵਾਨ ਵੀ ਖਾ ਸਕਦੇ ਨੇ, ਬੱਚੇ ਵੀ ਖਾ ਸਕਦੇ ਨੇ, ਦੰਦਾਂ ਦੀ ਵੀ ਲੋੜ ਨਹੀਂ, ਅਤੇ ਇਸ ਦੇ ਅੰਦਰ ਘਿਓ ਅਤੇ ਆਟਾ ਵੀ ਹੈ। ਗੁਰੂ ਨਾਨਕ ਸਾਹਿਬ ਨੇ ਬਹੁਤ ਵਧੀਆ ਤਰ੍ਹਾਂ ਦਾ ਭੋਜਨ ਆਪਣੇ ਸਿੱਖਾਂ ਦੇ ਲਈ ਦਿੱਤਾ ਹੈ, ਆਪਣੀ ਸੰਗਤਾਂ ਦੇ ਲਈ ਤਿਆਰ ਕੀਤਾ ਹੈ। ਵਜ਼ੀਰ ਖਾਨ ਦਰਬਾਰ ਦੇ ਅੰਦਰ ਆਉਂਦਾ ਹੈ ਅਤੇ ਉਹਦੇ ਨਾਲ ਬਾਦਸ਼ਾਹ ਜਹਾਂਗੀਰ ਵੀ ਦਰਬਾਰ ਦੇ ਅੰਦਰ ਜਦੋਂ ਆਉਂਦੇ ਨੇ ਅਤੇ ਉਹ ਵਜ਼ੀਰ ਖਾਨ ਬੇਨਤੀ ਕਰਦਾ, ਤੂੰ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਦਰਬਾਰ 'ਚ ਕਿਉਂ ਨਹੀਂ ਲੈ ਕੇ ਆਉਂਦਾ? ਵਜ਼ੀਰ ਖਾਨ ਜਾ ਕੇ ਗੁਰੂ ਪਾਤਸ਼ਾਹ ਨੂੰ ਬੇਨਤੀ ਕਰਦਾ, ਮਹਾਰਾਜ ਆਓ ਦਿੱਲੀ ਦਰਬਾਰ ਦੇ ਅੰਦਰ ਬਾਦਸ਼ਾਹ ਜਹਾਂਗੀਰ ਤੁਹਾਨੂੰ ਪ੍ਰੇਮ ਨਾਲ ਬੇਨਤੀ ਕਰਦਾ ਹੈ, ਤੁਹਾਨੂੰ ਸੱਦਾ ਦਿੰਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਦਾ ਤਖਤ ਲਗਾਉਂਦਾ ਹੈ ਦਰਬਾਰ ਦੇ ਅੰਦਰ, ਉਹਨਾਂ ਦੀ ਗੱਦੀ ਲਗਾਉਂਦਾ ਹੈ ਆਪਣੇ ਬਰਾਬਰ, ਅਤੇ ਗੁਰੂ ਪਾਤਸ਼ਾਹ ਨੂੰ ਦਰਬਾਰ ਦੇ ਅੰਦਰ ਸਤਿਕਾਰ ਨਾਲ ਸੱਦਾ ਦਿੰਦਾ। ਗੁਰੂ ਪਾਤਸ਼ਾਹ ਜਦੋਂ ਪਹੁੰਚਦੇ ਨੇ ਇਹ ਬਹੁਤ ਹੈਰਾਨ ਰਹਿ ਜਾਂਦੇ ਨੇ ਸਾਰੇ ਕਰਮਚਾਰੀ ਦਿੱਲੀ ਦਰਬਾਰ ਦੇ, ਬਈ ਇਹ ਗੁਰੂ ਸਾਹਿਬ ਦਾ ਕਿਹੜਾ ਸਰੂਪ ਹੈ। ਗੁਰੂ ਪਾਤਸ਼ਾਹ ਨੇ ਤੇਗਾਂ ਧਾਰਨ ਕੀਤੀਆਂ ਨੇ, ਧਨੁਖ ਰੱਖਿਆ ਹੈ, ਪੱਥਾ ਬੰਨ੍ਹਿਆ ਤੀਰਾਂ ਦਾ, ਸ਼ਸਤਰਧਾਰੀ ਨੇ ਕਲਗੀ ਲਾਈ ਹੈ, ਘੋੜੇ 'ਤੇ ਚੜ੍ਹ ਕੇ ਆਏ ਨੇ। ਇੰਨਾ ਲੰਬਾ ਉੱਚਾ ਸਰੂਪ ਸਤਿਗੁਰਾਂ ਦਾ ਦਾਹੜਾ ਜਿਹੜਾ ਹੈ ਉਹ ਲਸ਼ ਕਰ ਰਿਹਾ ਹੁੰਦਾ, ਅੱਖਾਂ 'ਚੋਂ ਵੀਰ ਰਸ ਝਲਕ ਰਿਹਾ ਹੁੰਦਾ। ਸਾਰੇ ਸਿੱਖ ਹੈਰਾਨ ਰਹਿ ਜਾਂਦੇ ਨੇ ਦੇਖ ਕੇ ਸਤਿਗੁਰਾਂ ਦਾ ਸਰੂਪ, ਵੀ ਪਹਿਲੇ ਜਿਹੜੇ 5 ਗੁਰੂ ਹੋਏ ਨੇ ਉਹ ਤਾਂ ਸ਼ਾਂਤ ਸਰੂਪ ਹੋਏ ਨੇ, ਪਰ ਗੁਰੂ ਹਰਗੋਬਿੰਦ ਸਾਹਿਬ ਦਾ ਸਰੂਪ ਜਿਹੜਾ ਹੈ ਉਸ ਦੇ ਅੰਦਰ ਬੜਾ ਭੇਖ ਫਰਕ ਹੈ। ਅਤੇ ਉੱਥੇ ਦੇ ਕਾਜ਼ੀਆਂ ਨੇ ਕਿਹਾ, ਮਹਾਰਾਜ ਜੀ ਨੂੰ ਸਵਾਲ ਪੁੱਛਿਆ, ਮਹਾਰਾਜ ਕਿ ਆਪ ਜੀ ਦੇ ਘਰ ਦਾ ਸਿਧਾਂਤ ਕੀ ਹੈ?
ਉਹ ਦੇਖਣਾ ਚਾਹੁੰਦੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿਧਾਂਤ ਦੇ ਅੰਦਰ ਹੁਣ ਕੋਈ ਫਰਕ ਪਿਆ ਹੈ। ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 1349 ਅੰਗ ਤੋਂ ਲੈ ਕੇ 1350 ਅੰਗ ਦੇ ਉੱਤੇ ਜੋ ਸ਼ਬਦ ਸੁਸ਼ੋਭਿਤ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪ੍ਰਭਾਤੀ ਰਾਗ ਦੇ ਅੰਦਰ ਕਬੀਰ ਜੀ ਦਾ ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨ ਭੂਲੋ ਭਾਈ ਖਾਲਕ ਖਲਕ ਖਾਲਕ ਖਲਕ ਖਲਕ ਮਹਿ ਖਾਲਿਕ ਪੂਰ ਰਹਿਓ ਸਰਬ ਠਾਈ ਰਹਾਓ। ਇਹ ਮਹਾਰਾਜ ਨੇ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਕੇ ਕਾਜ਼ੀਆਂ ਨੂੰ ਇਹ ਦੱਸ ਦਿੱਤਾ ਕਿ ਅਸੀਂ ਸਾਰਿਆਂ ਦੇ ਸਾਂਝੇ ਹਾਂ, ਸਾਡੇ ਮਨ ਦੇ ਅੰਦਰ ਕੋਈ ਵੀ ਭੇਦ ਭਰਮ ਨਹੀਂ ਹੈ। ਜਦੋਂ ਉਹਨਾਂ ਨੇ ਇਹ ਗੱਲ ਸੁਣੀ ਉਹਨਾਂ ਨੇ ਮਹਾਰਾਜ ਨੂੰ ਪੁੱਛਿਆ, ਮਹਾਰਾਜ ਕੀ ਆਪ ਜੀ ਦੇ ਹਿਰਦੇ ਦੇ ਅੰਦਰ ਕੋਈ ਵੈਰ ਵਿਰੋਧ ਦੀ ਭਾਵਨਾ ਹੈ? ਤੁਸੀਂ ਸ਼ਸਤਰ ਧਾਰਨ ਕੀਤੇ ਨੇ। ਮਹਾਰਾਜ ਨੇ ਉੱਥੇ ਬੜਾ ਸੁੰਦਰ ਉਹਨਾਂ ਨੂੰ ਪੰਕਤੀ ਸੁਣਾਈ ਸੀ, ਜੇ ਲਾਗੇ ਸਿਮਰਨ ਸਤਨਾਮ ਸੇ ਲਾਹਾ ਲੈ ਗਏ ਨਿਜ ਧਾਮ ਜਿਸਕੇ ਛੂਟ ਗਏ ਜਾਏ ਭਰਮ ਉਰਕਾ ਤਿਸ ਕੈ ਕਿਆ ਹਿੰਦੂ ਕਿਆ ਤੁਰਕਾ। ਮਹਾਰਾਜ ਨੇ ਕਿਹਾ ਵੀ ਅਸੀਂ ਹਿਰਦੇ ਦੇ ਅੰਦਰੋਂ ਭਰਮ ਦੂਰ ਕਰਨ ਆਏ ਹਾਂ ਸਿੱਖਾਂ ਦੇ, ਅਤੇ ਅਸੀਂ ਕਿਸੇ ਵੀ ਪ੍ਰਕਾਰ ਦਾ ਵੈਰ ਵਿਰੋਧ ਨਹੀਂ, ਪਰ ਜ਼ਾਲਮਾਂ ਨੂੰ ਡੰਡ ਜ਼ਰੂਰ ਦੇਣ ਆਏ ਹਾਂ। ਸਾਰਿਆਂ ਨੇ ਗੁਰੂ ਜੀ ਨੂੰ ਪੀਰ ਜੀ ਕਹਿ ਕੇ ਧੰਨ ਧੰਨ ਕਿਹਾ ਅਤੇ ਗੁਰੂ ਪਾਤਸ਼ਾਹ ਮਹਾਰਾਜ ਸਾਰਾ ਦਿਨ ਵਾਰਤਾਲਾਪ ਕਰਕੇ ਜਹਾਂਗੀਰ ਦੇ ਨਾਲ ਹੋਰ ਅਹਿਲਕਾਰਾਂ ਦੇ ਨਾਲ ਵਾਪਸ ਆਪਣੇ ਦਿੱਲੀ ਡੇਰੇ 'ਚ ਆ ਗਏ। ਅਤੇ ਮਹਾਰਾਜ ਦੇ ਮਨ ਦੇ ਅੰਦਰ ਇਹ ਗੱਲ ਸੀਗੀ ਵੀ ਚੰਦੂ ਪਾਪੀ ਨੂੰ ਕਿਤੇ ਨਾ ਕਿਤੇ ਡੰਡ ਆਪਾਂ ਨੂੰ ਦੇਣਾ ਹੈ। ਸਾਰੀ ਸੰਗਤ ਬਦਲਾ ਲੈਣ ਦੇ ਲਈ ਮਨ 'ਚ ਰੋਸ਼ ਰੱਖੀ ਬੈਠੀ ਸੀ। ਅਤੇ ਉੱਧਰੋਂ ਦੂਸਰੇ ਪਾਸੇ ਬਾਦਸ਼ਾਹ ਜਹਾਂਗੀਰ ਦਾ ਫੇਰ ਕੁਝ ਦਿਨ ਬਾਅਦ ਸੱਦਾ ਆ ਗਿਆ, ਮਹਾਰਾਜ ਆਪ ਜੀ ਸ਼ਸਤਰਧਾਰੀ ਹੋ, ਸ਼ਿਕਾਰ ਖੇਡਣ ਚੱਲੀਏ। ਗੁਰੂ ਪਾਤਸ਼ਾਹ ਮਹਾਰਾਜ ਅੰਤਰਯਾਮੀ ਸੀ, ਉਹ ਜਾਣਦੇ ਸੀ ਅੱਗੇ ਇੱਕ ਸ਼ੇਰ ਦਾ ਉਧਾਰ ਕਰਨਾ ਹੈ। ਮਹਾਰਾਜ ਜੰਗਲ ਦੇ ਅੰਦਰ ਸ਼ਿਕਾਰ ਦੇ ਅੰਦਰ ਘਨੇ ਜੰਗਲਾਂ ਦੇ ਅੰਦਰ ਨਿਕਲ ਜਾਂਦੇ ਅਤੇ ਉਹਨਾਂ ਦੇ ਨਾਲ ਰਾਜੇ ਦੇ ਨਾਲ ਜਹਾਂਗੀਰ ਦੇ ਅਮੀਰ ਸ਼ਿਕਾਰੀ ਅਤੇ ਹੋਰ ਬਹੁਤ ਤਰ੍ਹਾਂ ਦੇ ਜੁਰਰੇ, ਬਾਜ, ਕੁੱਤੇ, ਕੂਹੀਆਂ, ਅਨੇਕ ਪ੍ਰਕਾਰ ਦੇ ਜਾਨਵਰ ਨਾਲ ਲੈ ਕੇ ਜਾਂਦੇ ਸ਼ਿਕਾਰ ਦੇ ਲਈ। ਜਦੋਂ ਸਤਿਗੁਰੂ ਮਹਾਰਾਜ ਜੰਗਲ ਦੇ ਅੰਦਰ ਘਨੇ ਜੰਗਲ 'ਚ ਪਹੁੰਚੇ ਅਤੇ ਉੱਥੇ ਦੇਖਿਆ ਕਿ ਇੱਕ ਭਿਆਨਕ ਸ਼ੇਰ ਦੇ ਦਹਾੜਨੇ ਦੀ ਆਵਾਜ਼ ਜਦੋਂ ਆਉਂਦੀ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਉਹ ਦਹਾੜਨ ਦੀ ਆਵਾਜ਼ ਸੁਣ ਕੇ ਸ਼ੇਰ ਦੇ ਵੱਲ ਆਪਣਾ ਘੋੜਾ ਕਰਦੇ ਨੇ। ਘੋੜੇ ਤੋਂ ਉਤਰ ਕੇ ਮਹਾਰਾਜ ਖੱਬੇ ਹੱਥ 'ਚ ਢਾਲ ਸੰਭਾਲ ਕੇ ਸ਼ੇਰ ਦੀ ਭਬਕ ਦੀ ਆਵਾਜ਼ ਸੁਣ ਕੇ ਤਲਵਾਰ ਸੱਜੇ ਹੱਥ 'ਚ ਲੈ ਕੇ ਅੱਗੇ ਨੂੰ ਆਉਂਦੇ ਨੇ। ਸਤਿਗੁਰਾਂ ਦੇ ਗਾਤਰੇ ਦੇ ਅੰਦਰ ਹੋਰ ਬੇਅੰਤ ਪ੍ਰਕਾਰ ਦੇ ਸ਼ਸਤਰ ਨੇ। ਸਤਿਗੁਰਾਂ ਨੇ ਢਾਲ ਅਤੇ ਕਿਰਪਾਨ ਦਾ ਸਹਾਰਾ ਲੈਂਦੇ ਹੋਏ ਸ਼ੇਰ ਦੇ ਸਨਮੁਖ ਹੋਏ। ਸ਼ੇਰ ਵੀ ਸਾਹਮਣੇ ਆਇਆ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ਼ੇਰ ਨੂੰ ਆਪਣੇ ਉਹਦਾ ਪਹਿਲਾ ਵਾਰ ਜਦੋਂ ਸਤਿਗੁਰਾਂ ਦੇ ਉੱਤੇ ਕਰਨ ਲੱਗਾ ਉਹਦੇ ਮੁੱਖ ਦਾ ਵਾਰ ਢਾਲ ਨਾਲ ਰੋਕਿਆ ਅਤੇ ਉਹ ਸ਼ੇਰ ਨੂੰ ਢਿੱਡ ਤੋਂ ਹੀ ਕੱਟ ਦਿੱਤਾ। ਅਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਸ਼ੇਰ ਨੂੰ ਕੱਟਿਆ ਅਤੇ ਉਸ ਦੇ ਅੰਦਰੋਂ ਇੱਕ ਜੋਤ ਪ੍ਰਕਾਸ਼ ਨਿਕਲੀ ਅਤੇ ਇੱਕ ਜੀਵ ਉੱਪਰ ਸਵਰਗਾਂ ਵੱਲ ਨੂੰ ਜਾਣ ਲੱਗ ਪਿਆ। ਅਤੇ ਬਾਦਸ਼ਾਹ ਜਹਾਂਗੀਰ ਅਤੇ ਹੋਰ ਐਲਕਾਰਾਂ ਨੇ ਵੀ ਉਹ ਦ੍ਰਿਸ਼ ਦੇਖਿਆ। ਦੇਖਦੇ ਹੀ ਸਾਰੇ ਚਕਰਿਤ ਰਹਿ ਗਏ ਵੀ ਗੁਰੂ ਪਾਤਸ਼ਾਹ ਨੇ ਇਹ ਘਨੇ ਜੰਗਲ ਦੇ ਅੰਦਰ ਸ਼ੇਰ ਦਾ ਸ਼ਿਕਾਰ ਕੀਤਾ ਹੈ, ਜੀਵ ਕਿੱਥੇ ਨੂੰ ਚਲਾ ਗਿਆ? ਗੁਰੂ ਪਾਤਸ਼ਾਹ ਨੂੰ ਪੁੱਛਦੇ ਨੇ। ਮਹਾਰਾਜ ਕਿਹਾ ਇਹ ਇੱਕ ਪਿਛਲੇ ਜਨਮ ਦਾ ਕਾਸਮ ਬੇਗ ਨਾਮ ਸੀਗਾ ਇਹਦਾ ਸ਼ੇਰ ਦਾ ਅਤੇ ਇਹ ਮੁਸਲਮਾਨ ਸੀ। ਇੱਕ ਵਾਰੀ ਬਾਦਸ਼ਾਹ ਅਕਬਰ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਗੋਇੰਦਵਾਲ ਸਾਹਿਬ ਆਇਆ ਅਤੇ ਇਸ ਕਾਸਮ ਬੇਗ ਨਾਮਕ ਨਾਲ ਅਹਿਲਕਾਰ ਨੇ, ਫੌਜੀ ਨੇ ਮਨ 'ਚ ਫੁਰਨਾ ਕੀਤਾ ਵੀ ਸਾਡਾ ਜਿਹੜਾ ਬਾਦਸ਼ਾਹ ਹੈ ਉਹ ਮੁਸਲਮਾਨ ਹੈ, ਫਿਰ ਵੀ ਉਹ ਹਿੰਦੂਆਂ ਦੇ ਗੁਰੂ ਕੋਲ ਆਇਆ ਅਤੇ ਮੈਂ ਉਹਨਾਂ ਦੀ ਨਿੰਦਾ ਕਰ ਬੈਠਾ। ਅਤੇ ਉੱਥੇ ਹੀ ਗੋਇੰਦਵਾਲ ਨਗਰ ਦੇ ਅੰਦਰ ਇੱਕ ਜਗ੍ਹਾ ਮਾਸ ਬਣ ਰਿਹਾ ਸੀ ਅਤੇ ਰਾਤ ਮਾਸ ਖਾਣ ਕਰਕੇ ਮੈਨੂੰ ਪਚਿਆ ਨਹੀਂ ਮਾਸ ਅਤੇ ਮੇਰੀ ਮੌਤ ਹੋ ਗਈ। ਮਾਸ ਦੇ ਨਾ ਪਚਣ ਕਰਕੇ ਮੌਤ ਦਾ ਕਾਰਨ ਬਣਿਆ। ਪਰ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਰਉਪਕਾਰੀ ਸਤਿਗੁਰਾਂ ਨੇ ਮੇਰੇ ਉੱਤੇ ਕਿਰਪਾ ਭਰਿਆ ਹੱਥ ਰੱਖਿਆ ਅਤੇ ਮੇਰਾ ਸ਼ਿਕਾਰ ਆਪ ਕਰਕੇ ਮੇਰੀ ਮੁਕਤੀ ਕੀਤੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸ਼ੇਰ ਦਾ ਸ਼ਿਕਾਰ ਇੱਕ ਜੀਵ ਦੀ ਮੁਕਤੀ ਦਾ ਪ੍ਰਸੰਗ ਸੁਣ ਕੇ ਸਾਰੇ ਦਿੱਲੀ ਦੇ ਅੰਦਰ ਗੁਰੂ ਦਾ ਹੋਰ ਜਸ ਹੋਣ ਲੱਗ ਪਿਆ। ਜਦੋਂ ਗੁਰੂ ਪਾਤਸ਼ਾਹ ਮਹਾਰਾਜ ਵਾਪਸ ਡੇਰੇ 'ਚ ਆਏ, ਸਾਰੇ ਦਿੱਲੀ ਦੇ ਅੰਦਰ, ਸਾਰੇ ਆਗਰੇ ਨਗਰ ਦੇ ਅੰਦਰ, ਹੋਰ ਗਵਾਲੀਅਰ ਤੱਕ ਗੁਰੂ ਸਾਹਿਬ ਦਾ ਜਸ ਫੈਲ ਗਿਆ ਵੀ ਗੁਰੂ ਪਾਤਸ਼ਾਹ ਬੜੇ ਸੂਰਮੇ
ਰਹਿਮੇ ਨੇ। ਸਿੱਖੀ ਦਾ ਬੜਾ ਪ੍ਰਚਾਰ ਹੋਇਆ। ਗੁਰੂ ਪਾਤਸ਼ਾਹ ਮਹਾਰਾਜ ਸਿੱਖਾਂ ਦੀਆਂ ਅਰਦਾਸਾਂ ਵੀ ਪੂਰੀਆਂ ਕਰਨ ਲੱਗ ਪਏ। ਗੁਰੂ ਪਾਤਸ਼ਾਹ ਨੇ ਕੀਰਤਨ ਤੇ ਕਥਾ ਦੇ ਜਸ ਚਲਾ ਦਿੱਤੇ। ਦਿੱਲੀ ਦੇ ਅੰਦਰ ਬੜੀ ਭਾਰੀ ਸਿੱਖ ਸੰਗਤ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਨਾਲ ਸੰਗਤ ਦੇ ਨਾਲ ਜੁੜਨ ਲੱਗ ਪਈ। ਸੱਚੇ ਪਾਤਸ਼ਾਹ ਮਹਾਰਾਜ ਇਸੀ ਪ੍ਰਕਾਰ ਸ਼ਿਕਾਰ ਤੇ ਜਾਂਦੇ ਜੀਵਾਂ ਦਾ ਉਧਾਰ ਕਰਦੇ। ਇੱਕ ਦਿਨ ਸ਼ਿਕਾਰ ਤੇ ਜਾਂਦੇ ਜਾਂਦੇ ਗੁਰੂ ਪਾਤਸ਼ਾਹ ਮਹਾਰਾਜ ਦੇ ਤੇ ਸਾਰੇ ਲੋਕ ਮਹਾਰਾਜ ਨੂੰ ਸੱਚੇ ਪਾਤਸ਼ਾਹ ਕਹਿ ਕੇ ਪੁਕਾਰਦੇ। ਬਾਦਸ਼ਾਹ ਜਹਾਂਗੀਰ ਦੇ ਮਨ ਦੇ ਅੰਦਰ ਬੜੀ ਸ਼ੰਕਾ ਆਈ ਕਿ ਮੈਨੂੰ ਤਾਂ ਲੋਕ ਕੇਵਲ ਬਾਦਸ਼ਾਹ ਕਹਿੰਦੇ ਨੇ ਜਾਂ ਪਾਤਸ਼ਾਹ ਕਹਿੰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ? ਗੁਰੂ ਪਾਤਸ਼ਾਹ ਮਹਾਰਾਜ ਉਹਦੇ ਮਨ ਦਾ ਫੁਰਨਾ ਵੀ ਜਾਣ ਗਏ। ਗੁਰੂ ਪਾਤਸ਼ਾਹ ਮਹਾਰਾਜ ਉਸ ਵੇਲੇ ਤਾਂ ਕੁਛ ਨਹੀਂ ਬੋਲੇ, ਪਰ ਜਦੋਂ ਸਮਾਂ ਆਇਆ ਤੇ ਇੱਕ ਦਿਨ ਗੁਰੂ ਪਾਤਸ਼ਾਹ ਨੇ ਉਹਦਾ ਫੁਰਨਾ ਮਨ ਦਾ ਸ਼ੰਕਾ ਕੱਢਣ ਦੇ ਲਈ ਇੱਕ ਘਾਈਆ ਸਿੱਖ ਜਦੋਂ ਜੰਗਲ ਦੇ ਅੰਦਰੋਂ ਨਿਕਲ ਕੇ ਆ ਰਿਹਾ ਸੀ ਘਾਹ ਵੱਢ ਕੇ, ਉਸ ਨੂੰ ਪਤਾ ਲੱਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼ਿਕਾਰ ਖੇਡਣ ਦੇ ਲਈ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਆਏ ਸੀ ਤੇ ਦਿੱਲੀ ਤੋਂ ਗਾਹਾਂ ਜੰਗਲਾਂ ਦੇ ਅੰਦਰ ਬਾਦਸ਼ਾਹ ਜਹਾਂਗੀਰ ਦੇ ਨਾਲ ਸ਼ਿਕਾਰ ਖੇਡਣ ਆਏ ਨੇ। ਤੇ ਉਸ ਦੇ ਮਨ ਦੇ ਅੰਦਰ ਫੁਰਨਾ ਹੋਇਆ ਕਿਉਂ ਨਾ ਮੈਂ ਆਪਣੀ ਕਿਰਤ ਕਮਾਈ ਦਾ ਦਸਵੰਧ ਜੋ ਕਿ 1 ਟਕਾ ਬਣਦਾ ਸੀ ਉਹ ਗੁਰੂ ਪਾਤਸ਼ਾਹ ਨੂੰ ਦੇਣ ਜਾਵਾਂ। ਜਿੱਥੇ ਗੁਰੂ ਪਾਤਸ਼ਾਹ ਨੇ ਡੇਰਾ ਲਾਇਆ ਸੀਗਾ ਉਸ ਦੇ ਬਿਲਕੁਲ ਨਾਲ ਹੀ ਦੁਪਹਿਰ ਦੇ ਵੇਲੇ ਬਾਦਸ਼ਾਹ ਜਹਾਂਗੀਰ ਦਾ ਵੀ ਡੇਰਾ ਸੀ। ਉਹ ਡੇਰੇ ਦੇ ਅੰਦਰ ਬੜੇ ਪ੍ਰੇਮ ਦੇ ਨਾਲ ਪਹਿਲੇ ਉਹ ਜਹਾਂਗੀਰ ਦੇ ਡੇਰੇ ਦੇ ਅੰਦਰ ਵੜ ਗਿਆ। ਦੇਖਿਆ ਜਹਾਂਗੀਰ ਨੇ ਸਿਰ 'ਤੇ ਟੋਪੀ ਪਾਈ, ਕਲਗੀ ਲਾਈ ਤੇ ਸ਼ਸਤਰ ਸਜਾਏ ਸੀ। ਉਸ ਨੂੰ ਲੱਗਿਆ ਗੁਰੂ ਹਰਗੋਬਿੰਦ ਸਾਹਿਬ ਨੇ। ਉਸਨੇ ਮੱਥਾ ਟੇਕ ਕੇ ਮਹਾਰਾਜ ਨੇ ਕਿਹਾ, ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ ਕਿ ਆਪ ਜੀ ਮੇਰਾ ਲੋਕ ਤੇ ਪਰਲੋਕ ਸਵਾਰ ਦੇ। ਇੰਨੀ ਬੇਨਤੀ ਕਰਕੇ ਤੇ ਮੱਥਾ ਟੇਕ ਦਿੱਤਾ ਤੇ ਕਿਹਾ ਮੇਰਾ ਲੋਕ ਤੇ ਪਰਲੋਕ ਸਵਾਰ ਦਿਓ। ਜਦੋਂ ਇੰਨੀ ਗੱਲ ਬਾਦਸ਼ਾਹ ਜਹਾਂਗੀਰ ਨੇ ਸੁਣੀ ਤੇ ਉਸਨੇ ਕਿਹਾ ਸ਼ਾਇਦ ਤੂੰ ਗਲਤ ਡੇਰੇ 'ਚ ਆ ਗਿਆ ਹੈ। ਮੈਂ ਤੈਨੂੰ ਲੋਕ ਦੇ ਤਾਂ ਸਾਰੇ ਸੁੱਖ ਦੇ ਸਕਦਾ, ਪਰਲੋਕ ਦੇ ਨਹੀਂ। ਮੈਂ ਬਾਦਸ਼ਾਹ ਜਹਾਂਗੀਰ ਆਇਆ। ਉਹ ਕਹਿੰਦਾ ਮੈਂ ਤੇ ਗੁਰੂ ਸਾਹਿਬ ਨੂੰ ਆਪਣਾ ਟਕਾ ਮੱਥਾ ਟੇਕਿਆ ਸੀ, ਤੈਨੂੰ ਨਹੀਂ। ਉਸਨੇ ਆਪਣਾ ਟਕਾ ਚੱਕ ਲਿਆ। ਬਾਦਸ਼ਾਹ ਜਹਾਂਗੀਰ ਨੇ ਇਹ ਗੱਲ ਵੀ ਕਹਿ ਦਿੱਤੀ ਸੀ ਕਿ ਮੈਂ ਤੇਰਾ ਅੰਤਲੇ ਵੇਲੇ ਜਮਦੂਤਾਂ ਤੋਂ ਸਹਾਇਕ ਨਹੀਂ ਬਣ ਸਕਦਾ, ਪਰ ਉਸਨੇ ਟਕਾ ਚੱਕ ਕੇ ਉਹ ਨਾਲ ਦੇ ਦੂਸਰੇ ਡੇਰੇ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿਹਾ, ਮਹਾਰਾਜ ਉਸ ਸਿੱਖ ਨੇ ਜਿੱਦਾਂ ਬੇਨਤੀ ਕੀਤੀ ਸੀਗੀ, ਮਹਾਰਾਜ ਜੀ ਵੀ ਤੁਸੀਂ ਅੰਤਲੇ ਵੇਲੇ ਮੇਰੇ ਸਹਾਈ ਬਣੋ, ਮੈਨੂੰ ਜਮਦੂਤਾਂ ਤੋਂ ਬਚਾਓ। ਸੱਚੇ ਪਾਤਸ਼ਾਹ ਮੈਨੂੰ ਤੁਹਾਡੇ ਦਰਸ਼ਨਾਂ ਦੀ ਇੱਛਾ ਸੀ, ਆ ਮੇਰਾ ਟਕਾ ਪ੍ਰਵਾਨ ਕਰੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਮ ਗਰੀਬ ਨਿਵਾਜ ਤੁਮਾਰਾ, ਕਰੋ ਨਿਬਾਹਨ ਬਿਰਧ ਉਦਾਰਾ। ਉਹਦੇ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਸੁਣ ਸਤਿਗੁਰੂ ਕਿਰਪਾਲ ਬਖਾਨਾ, ਸਿਮਰੋ ਸਤਨਾਮ ਕਲਿਆਣਾ। ਤੂੰ ਸਤਨਾਮ ਵਾਹਿਗੁਰੂ ਦਾ ਸਿਮਰਨ ਕਰ, ਧਰਮ ਦੀ ਕਿਰਤ ਤੂੰ ਕਰਦਾ, ਗੁਰਸਿੱਖਾ ਗੁਰਬਾਣੀ ਪੜ੍ਹਦਾ ਹੈ, ਤੇਰਾ ਲੋਕ ਤੇ ਪਰਲੋਕ ਅਸੀਂ ਦੋਨੇ ਤੇਰੇ ਅੰਗ ਸੰਗ ਸਹਾਈ ਹੋਵਾਂਗੇ। ਇਨ ਦੋਨਨ ਤੇ ਸਦਾ ਸੁਖਾਰਾ, ਨਹਿ ਜਮਦੂਤ ਦੇਖਵੇ ਪਾਵੈ। ਤੂੰ ਜਮਾਂ ਦੇ ਦੂਤਾਂ ਨੂੰ ਦੇਖੇਗਾ ਨਹੀਂ ਕਦੇ ਵੀ, ਕਰ ਦੇ ਕਰ ਸਤਿਗੁਰੂ ਬਚਾਵੈ। ਤੈਨੂੰ ਆਪਣਾ ਅਸੀਂ ਹੱਥ ਦੇ ਕੇ ਜਮ ਦੇ ਦੂਤਾਂ ਤੋਂ ਬਚਾ ਲਵਾਂਗੇ। ਤੇ ਬਾਦਸ਼ਾਹ ਜਹਾਂਗੀਰ ਦਾ ਉਹ ਸ਼ੰਕਾ ਮਹਾਰਾਜ ਨੇ ਦੂਰ ਕੀਤਾ ਸੀਗਾ ਵੀ ਸੱਚੇ ਪਾਤਸ਼ਾਹ ਕਿਉਂ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਲੋਕ ਤੇ ਪਰਲੋਕ ਸਵਾਰਨ ਵਾਲੇ ਨੇ, ਇਸ ਕਰਕੇ ਉਹਨਾਂ ਨੂੰ ਸੱਚਾ ਪਾਤਸ਼ਾਹ ਕਿਹਾ ਜਾਂਦਾ ਹੈ। ਉੱਧਰ ਦੂਸਰੇ ਪਾਤਸ਼ਾਹ ਗੁਰੂ ਪਾਤਸ਼ਾਹ ਮਹਾਰਾਜ ਸ਼ਿਕਾਰ ਖੇਡਦੇ ਖੇਡਦੇ ਜਦੋਂ ਆਗਰੇ ਦੇ ਅੰਦਰ ਘਨੇ ਜੰਗਲਾਂ ਦੇ ਅੰਦਰੋਂ ਸ਼ਹਿਰ ਦੇ ਵਿੱਚ ਪਹੁੰਚੇ ਤੇ ਉੱਥੇ ਇੱਕ ਸਿੱਖਾਂ ਦੀ ਬੀਬੀ ਜੋ ਰੋਜ਼ ਇਸ਼ਨਾਨ ਕਰਦੇ ਹੋਏ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਦੀ ਸੀ ਤੇ ਬੇਨਤੀ ਕਰਦੀ ਸੀ, ਜੇ ਸਾਚੋ ਗੁਰ ਅੰਤਰਯਾਮੀ, ਪੂਰਹਿ ਕਾਮਨਾ ਮਮ ਜਗ ਸੁਆਮੀ, ਇਹਾਂ ਆਏ ਦਰਸ਼ਨ ਦਿਖਰਾਵੈ ਹੈ, ਮੁਖ ਮੰਡਲ ਦੁੱਤ ਸਦਨ ਸੁਹਾਵੈ। ਕਿ ਮਹਾਰਾਜ ਮੈਂ ਸਿੱਖਾਂ ਦੀ ਧੀ ਹਾਂ, ਮੈਂ ਆਪ ਜੀ ਕੋਲ ਇੰਨੀ ਦੂਰ ਅੰਮ੍ਰਿਤਸਰ ਤਾਂ ਨਹੀਂ ਆ ਸਕਦੀ, ਪਰ ਤੁਸੀਂ ਸਮਰੱਥ ਗੁਰੂ ਹੋ, ਕਿਰਪਾ ਕਰੋ, ਤੁਸੀਂ ਆ ਕੇ ਦਰਸ਼ਨ ਦਿਓ ਮੈਨੂੰ ਤੇ ਆ ਕੇ ਮੇਰਾ ਲੋਕ ਤੇ ਪਰਲੋਕ ਸਵਾਰੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਦਾ ਫੁਰਨਾ ਪੂਰਾ ਕੀਤਾ ਸੀ ਤੇ ਉਸ ਦੀ ਗਲੀ ਦੇ ਅੰਦਰ ਹੀ ਘੋੜਾ ਪਾ ਲਿਆ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਘੋੜੇ ਤੇ ਸਵਾਰ ਸ਼ਸਤਰਾਂ ਦੇ ਸਨੱਧਬੱਧ ਹੋਏ ਤੇ ਮਹਾਰਾਜ ਨੇ ਆਪਣੇ ਉਸ ਸੇਵਕ ਬੀਬੀ ਨੂੰ, ਉਸ ਪੁੱਤਰੀ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਤੇ ਸੱਚੇ ਪਾਤਸ਼ਾਹ ਸੇਵਕ ਨਏ ਅਨੇਕ ਸੁਜਾਨੇ, ਅਨੇਕ ਤਰ੍ਹਾਂ ਦੇ ਸੇਵਕਾਂ ਨੂੰ ਤਾਰਦੇ ਉਹਨੂੰ ਵੀ ਦਰਸ਼ਨ ਦਿੱਤੇ ਤੇ ਬੀਬੀ ਨੂੰ ਸੰਤੋਸ਼ ਹੋ ਗਿਆ ਵੀ ਗੁਰੂ ਹਰਗੋਬਿੰਦ
ਹਰਗੋਬਿੰਦ ਸਾਹਿਬ ਮਹਾਰਾਜ ਜੀ ਮੈਨੂੰ ਉਧਾਰ ਕਰਨ ਦੇ ਲਈ ਇੰਨੀ ਦੂਰੋਂ ਆਏ ਨੇ, ਉਹਦਾ ਫੁਰਨਾ ਪੂਰਾ ਕੀਤਾ। ਅਤੇ ਮਹਾਰਾਜ ਜੀ ਦੇ ਜਿੰਨੇ ਵੀ ਸਿੱਖ ਸਨ, ਆਗਰੇ ਦੇ, ਦਿੱਲੀ ਦੇ, ਗਵਾਲੀਅਰ ਦੇ, ਹੋਰ ਇਲਾਕਿਆਂ ਦੇ, ਦੂਰ ਦੂਰੋਂ ਆ ਕੇ ਮਹਾਰਾਜ ਨੂੰ ਸ਼ਸਤਰ ਭੇਟਾ ਕਰਦੇ, ਬਹੁਤ ਤਰ੍ਹਾਂ ਦਾ ਧਨ ਭੇਟਾ ਕਰਦੇ, ਚਾਂਦੀ ਦੀ, ਸੋਨੇ ਦੀਆਂ ਸ਼ਰਫੀਆਂ, ਜੋੜੇ, ਸਤਿਗੁਰਾਂ ਦੇ ਲਈ ਘੋੜੇ, ਹੋਰ ਬੇਅੰਤ ਪ੍ਰਕਾਰ ਦੇ ਭੇਟਾਵਾਂ ਆਉਂਦੀਆਂ, ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਲੈਂਦੇ। ਇਹ ਸਾਖੀ ਇੱਥੇ ਹੀ ਸੰਪੂਰਨ ਹੋਈ ਹੈ। ਹੁਣ ਅਸੀਂ ਅਗਲੀ ਸਾਖੀ ਦੇ ਅੰਦਰ ਸਰਵਣ ਕਰਾਂਗੇ ਕਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ 52 ਰਾਜਿਆਂ ਨੂੰ ਦਿੱਲੀ ਤੋਂ ਰਿਹਾਅ ਕਰਾ ਕੇ ਚੰਦੂ ਨੂੰ ਨੱਥ ਪਾਉਣਗੇ। ਉਹ ਸਾਖੀ ਅਗਲੇ ਪ੍ਰਸੰਗੇ ਸਰਵਣ ਕਰਾਂਗੇ। ਇਹ ਸਾਖੀ ਇੱਥੇ ਹੀ ਸੰਪੂਰਨ ਹੈ, ਜਿਸ ਦੇ ਅੰਦਰ ਅਸੀਂ ਅੱਜ ਸਰਵਣ ਕੀਤਾ ਹੈ। ਇੱਕ ਸ਼ੇਰ ਦਾ ਉਧਾਰ ਜੋ ਕਾਸਮ ਬੇਗ ਸੀ ਪਿਛਲੇ ਜਨਮ ਵਿੱਚ, ਦੂਸਰੀ ਇੱਕ ਬੀਬੀ ਜੱਸੀ ਜਿਸ ਦਾ ਸਤਿਗੁਰਾਂ ਨੇ ਆਪਣੇ ਦਰਸ਼ਨ ਦੇ ਕੇ ਨਿਹਾਲ ਕੀਤਾ, ਅਤੇ ਇੱਕ ਅਸੀਂ ਸਾਖੀ ਸਰਵਣ ਕੀਤੀ ਕਿ ਸਤਿਗੁਰੂ ਮਹਾਰਾਜ ਨੇ ਸ਼ੇਰ ਦਾ ਸ਼ਿਕਾਰ ਕੀਤਾ ਅਤੇ ਸਤਿਗੁਰਾਂ ਨੇ ਉੱਥੇ ਦੇ ਤੁਰਕਾਂ ਦਾ ਵੀ ਮਨ ਦਾ ਫੁਰਨਾ ਦੂਰ ਕੀਤਾ, ਸ਼ਬਦ ਉਚਾਰਨ ਕਰਕੇ ਅਵਲ ਅੱਲਾਹ ਨੂਰ ਪਾਇਆ। ਅਤੇ ਸਤਿਗੁਰੂ ਮਹਾਰਾਜ ਜੀ ਨੇ ਦੇਗ ਦੀ ਮਹਿਮਾ ਵੀ ਪ੍ਰਚਲਿਤ ਕੀਤੀ ਦਿੱਲੀ ਦੇ ਹੋਰ ਇਲਾਕਿਆਂ ਦੇ ਅੰਦਰ, ਜਦੋਂ ਬਾਦਸ਼ਾਹ ਨੇ ਆਪਣੇ ਮੂੰਹ ਦੇ ਅੰਦਰ ਦੇਗ ਪਾਈ ਸੀਗੀ। ਸੋ ਇੰਨੇ ਕੁ ਬਚਨ ਪ੍ਰਵਾਨ ਕਰਨੇ। ਫਤਿਹ ਪ੍ਰਵਾਨ ਕਰੋ। ਸਾਰੇ ਗੱਜ ਵੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।